प्रभु का बहुत बहुत धन्यवाद होवे। अज असी एक प्रजा के बारे जाने कि एक कलीसिया के बारे गल करनी चाहते हाँ, जिसनूं प्रभु आकाश तो आवाज़ देंदा है और इस दुनिया दे विचों उन्होंने अपने लिए वखरा करना चाहता है। जिस तरह कणक तूड़ी तो वखरी कर दी जाती। तो आओ मैं तुहाडे सामने अज फिर उस लिखत नूं लैना चाहता हाँ, जिहड़ी प्रकाश की पोथी 18 बाब और उसकी 4 आयत है। मेरे अजीजो बड़े ध्यान नाल सुनो तो प्रभु तुहानूं बहुत बड़ी बरकत देवेगा। लिखा यूहन्ना कह रहा, यूहन्ना प्रकाश की पोथी लिखण वाला कह रहा है, मैं एक होर आवाज आकाशों ये आखदे सुनी, हे मेरी प्रजा ओदे विचों निकलो, मते तुसी ओदियां पापां दे भागी बनो, मते तुसी ओदियां बवां विच सांझी होवो। ओदे पाप तां आकाश नूं अपड़ पए हन अते परमेश्वर ने उन्हां दे धर्म चेते कीते हन। इस धरती के उत्ते बहुत सारे लोग ने जिहड़े अपने आप नूं परमेश्वर दी कलीसिया जाने कि यीशु मसीह दी कलीसिया आखदे ने। कोई शक नहीं, इत्थे जो कोई मर्जी कह सकता है, उन्होंने कोई रोक टोक नहीं है। पर जो लिखत कहती है परमेश्वर की कलीसिया के लिए, इसनों परमेश्वर की प्रजा भी खुदा दे वचन ने बयान किया है और ये एक कलीसिया भी है। मेरे अजीजो, इस कलीसिया दे लोग पहला इस्राइल विच पाए जाते सन, जाने के पुराने नेम के अंदर जिन्हों प्रभु आप बुलाउंदा, आवाज मारदा। पहला एक पुराने नेम विच पाए गए और पुराना नेम पहला जिहड़ा सी वो इस तरह चलदा सी कि खुदा हिरदियां दे नाल गल करदा सी और फिर वो लोग अपने हिरदे तो जिहड़ी प्रभु आवाज देंदा सी गुप्त तौर ते वो जानदे सन। पर अज असीं पुराने नेम ते एक आदमी नूं जिहड़ा धरती दे उत्ते नूह दी परलो दे मगरों आया और धरती दे मूंह दे उत्ते खलोता होया सी, जिसनूं अब्राहम खुदा ने कहा। दुनिया ने नूं अब्राहम कहा, पर खुदा ने उसनूं अब्राहम कहा है। और दुनिया ने ओदी पत्नी नूं सराई आख्या है, पर अब्राहम ने उसनूं सारा आख्या है। सारा का मतलब है राजकुमारी और अब्राहम का मतलब है कौमां दा पिता। और उस पुराने नेम की कलीसिया का ये बड़ा प्रमुख बंदा है जिसनूं यहोवा परमेश्वर बनाउंदा
ਔਰ ਆਕਾਸ਼ ਤੋਂ ਆਵਾਜ਼ ਮਾਰਦਾ ਹੈ। ਤੁਹਾਡੇ ਸਾਹਮਣੇ ਮੈਂ ਫਿਰ ਪੜ੍ਹਨਾ ਚਾਹੁੰਦਾ ਹਾਂ ਪੁਰਾਣੇ ਨੇਮ ਤੇ ਨਵੇਂ ਨੇਮ ਦੀ ਕਲੀਸਿਆ, ਦੋਨਾਂ ਕਲੀਸਿਆ ਨੂੰ ਅਸੀਂ ਥੋੜਾ ਥੋੜਾ ਅੱਜ ਦੇ ਸਮੇਂ ਵਿੱਚ ਲਵਾਂਗੇ। ਲਿਖਿਆ ਹੈ, ਤਦ ਯਹੋਵਾ ਨੇ ਅਬਰਾਮ ਨੂੰ ਆਖਿਆ, ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ, ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਔਰ ਮੈਂ ਤੈਨੂੰ ਆਸ਼ੀਸ਼ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਔਰ ਤੂੰ ਬਰਕਤ ਦਾ ਕਾਰਨ ਹੋ। ਖੁਦਾਵੰਦ ਬਹੁਤ ਵੱਡੀ ਬਰਕਤ ਦੇਵੇ। ਆ ਥੋੜਾ ਸਮਾਂ ਹੈ ਤੇ ਅਸੀਂ ਪੁਰਾਣੇ ਨੇਮ ਦੀ ਕਲੀਸਿਆ ਨੂੰ ਤੇ ਨਵੇਂ ਨੇਮ ਦੀ ਕਲੀਸਿਆ ਨੂੰ ਲੈਣਾ ਹੈ। ਪੁਰਾਣੇ ਨੇਮ ਦੀ ਜਿਹੜੀ ਕਲੀਸਿਆ ਹੈ, ਇਹਨੂੰ ਯਹੋਵਾ ਪਰਮੇਸ਼ਰ ਆਤਮਾ ਦੁਆਰਾ ਚਲਾਉਂਦਾ ਰਿਹਾ, ਔਰ ਜਿਹੜੀ ਨਵੇਂ ਨੇਮ ਦੀ ਕਲੀਸਿਆ ਹੈ, ਉਹੀ ਯਹੋਵਾ ਪਰਮੇਸ਼ਰ ਦੇਹਧਾਰੀ ਹੋ ਕੇ ਉਸ ਦੀ ਨੀਂਹ ਰੱਖੀ ਔਰ ਉਹਨਾਂ ਨੂੰ ਚੁਣਿਆ ਔਰ ਉਹਨਾਂ ਦੇ ਨਾਲ ਘੁੰਮਦਾ ਰਿਹਾ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਜਦ ਇਹ ਆਵਾਜ਼ ਅਬਰਾਹਮ ਨੇ ਸੁਣੀ ਔਰ ਅਬਰਾਹਮ ਨੇ ਆਮੀਨ ਆਖਿਆ, ਇਹ ਯਹੋਵਾ ਮੈਂ ਇਸੇ ਤਰ੍ਹਾਂ ਹੀ ਕਰਾਂਗਾ ਜਿਸ ਤਰ੍ਹਾਂ ਤੂੰ ਅੱਜ ਮੇਰੇ ਨਾਲ ਬੋਲਿਆ ਹੈ। ਸੋ ਅਬਰਾਹਮ ਆਪਣੇ ਘਰ ਗਿਆ ਔਰ ਆਪਣੀ ਪਤਨੀ ਸਾਰਾ ਨੂੰ ਆਖਿਆ ਕਿ ਅੱਜ ਯਹੋਵਾ ਨੇ ਮੇਰੇ ਨਾਲ ਗੱਲ ਕੀਤੀ ਔਰ ਉਹਨੇ ਕਿਹਾ ਹੈ, ਅਸੀਂ ਆਪਣੇ ਘਰ ਨੂੰ ਛੱਡਣਾ ਹੈ, ਰਿਸ਼ਤੇਦਾਰਾਂ ਨੂੰ ਛੱਡਣਾ ਹੈ ਔਰ ਆਪਣੇ ਦੇਸ਼ ਨੂੰ ਵੀ ਛੱਡਣਾ ਹੈ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਕੀ ਭਲਾ ਯਿਸੂ ਮਸੀਹ ਨੇ ਕਿਹਾ ਨਹੀਂ, ਜੋ ਤੁਸੀਂ ਸਭ ਕੁਝ ਛੱਡ ਕੇ, ਯਿਸੂ ਮਸੀਹ ਨੂੰ ਉਹਨਾਂ ਚੇਲਿਆਂ ਨੇ ਕਿਹਾ, ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ, ਦੱਸ ਸਾਨੂੰ ਕੀ ਮਿਲੇਗਾ। ਮੇਰੇ ਅਜੀਜ਼ੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਅਬਰਾਹਮ ਆਪਣੇ ਪਰਮੇਸ਼ਰ ਯਹੋਵਾ ਦੀ ਆਵਾਜ਼ ਨੂੰ ਸੁਣ ਰਿਹਾ ਹੈ ਔਰ ਇਹ ਐਸਾ ਸ਼ਖਸ ਹੈ ਜਿਹੜਾ ਪਿੱਛੇ ਮੁੜ ਕੇ ਨਹੀਂ ਵੇਖੇਗਾ, ਕਿਉਂਕਿ ਖੁਦਾ ਜਿਨ੍ਹਾਂ ਨੂੰ ਚੁਣਦਾ ਹੈ ਉਹਨਾਂ ਨੂੰ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਚੁਣਦਾ ਹੈ ਔਰ ਫਿਰ ਜਦੋਂ ਧਰਤੀ ਦੇ ਉੱਤੇ ਆਉਂਦੇ ਨੇ ਤੇ ਉਹਨਾਂ ਨਾਲ ਗੱਲ ਕਰਦਾ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਅਸੀਂ ਅੱਜ ਦੇ ਇਸ ਸੰਦੇਸ਼ ਨੂੰ ਲੈ ਰਹੇ ਹਾਂ ਔਰ ਜਦੋਂ ਅਬਰਾਹਮ ਨਾਲ ਗੱਲਾਂ ਹੋ ਰਹੀਆਂ ਨੇ ਤੇ ਇਸਰਾਇਲ ਕਲੀਸਿਆ ਨਾਲ ਵੀ ਔਰ ਫਿਰ ਪਰਾਈਆਂ ਜਾਤੀਆਂ ਦੀ ਕਲੀਸਿਆ ਨਾਲ ਵੀ ਗੱਲ ਹੋ ਰਹੀ ਹੈ। ਪਰਾਈ ਜਾਤੀਆਂ ਦੀ ਕਲੀਸਿਆ ਨਾਲ ਕਿਸ ਤਰ੍ਹਾਂ ਗੱਲ ਹੋ ਰਹੀ ਆ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਔਰ ਇੱਥੇ ਲਿਖਿਆ ਹੈ ਤੀਸਰੀ ਆਇਤ ਦੇ ਅੰਦਰ, ਜੋ ਤੈਨੂੰ ਆਸ਼ੀਸ਼ ਦਿੰਦੇ ਹਨ ਮੈਂ ਉਹਨਾਂ ਨੂੰ ਆਸ਼ੀਸ਼ ਦਿਆਂਗਾ, ਅਤੇ ਜੋ ਤੈਨੂੰ ਤੁਛ ਜਾਣਦੇ ਹਨ ਮੈਂ ਉਹਨਾਂ ਨੂੰ ਸ਼ਰਾਪ ਦਿਆਂਗਾ, ਅਤੇ ਮੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।
ਇੱਕ ਖੁਦਾ ਵਾਅਦਾ ਕਰਦਾ ਹੈ ਆਪਣੇ ਚੁਣਿਆ ਹੋਇਆਂ ਦੇ ਨਾਲ, ਔਰ ਉਹਨਾਂ ਦੀ ਰਾਖੀ ਕਰਨ ਦੇ ਲਈ ਕਹਿੰਦਾ ਹੈ, ਜਿਹੜੇ ਤੈਨੂੰ ਆਸ਼ੀਸ਼ ਦੇਣਗੇ ਮੈਂ ਉਹਨਾਂ ਨੂੰ ਬਰਕਤ ਦਵਾਂਗਾ, ਔਰ ਜਿਹੜੇ ਤੈਨੂੰ ਤੁਸ ਜਾਣਨਗੇ। ਕਿਹਦੇ ਨਾਲ ਗੱਲ ਹੋ ਰਹੀ ਆ? ਅਬਰਾਹਾਮ ਦੇ ਨਾਲ। ਜਿਹੜੇ ਤੈਨੂੰ ਤੁਸ ਜਾਣਦੇ ਨੇ ਮੈਂ ਉਹਨਾਂ ਨੂੰ ਸਰਾਪ ਦਿਆਂਗਾ। ਅੱਜ ਕਿੰਨੇ ਲੋਕ ਨੇ ਜਿਹੜੇ ਸਰਾਪ ਦੇ ਥੱਲੇ ਨੇ, ਜਿਨ੍ਹਾਂ ਨੂੰ ਸੱਚੇ ਔਰ ਜਿਉਂਦੇ ਪਰਮੇਸ਼ਰ ਦੇ ਬਾਰੇ ਕੁਝ ਵੀ ਗਿਆਨ ਨਹੀਂ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਜਦ ਪੁਰਾਣੇ ਨੇਮ ਦੀ ਉਹ ਕਲੀਸਿਆ ਨੂੰ ਲੈ ਕੇ ਆ ਰਿਹਾ ਸੀ, ਔਰ ਅਬਰਾਹਾਮ ਦੇ ਚਲੇ ਜਾਣ ਤੋਂ ਮਗਰੋਂ ਇਸਹਾਕ ਹੈ, ਇਸਹਾਕ ਦੇ ਚਲੇ ਜਾਣ ਤੋਂ ਮਗਰੋਂ ਯਾਕੂਬ ਹੈ, ਔਰ ਅਸੀਂ ਦੇਖਦੇ ਹਾਂ ਪੁਰਾਣੇ ਨੇਮ ਦੀ ਕਲੀਸਿਆ ਦੀ ਸ਼ੁਰੂਆਤ ਹੋਈ। ਭਾਵੇਂ ਇਹਦੇ ਤੋਂ ਪਹਿਲਾਂ ਹਨੋਕ ਆ ਜਾਂ ਅਸੀਂ ਨੂੰ ਵੇਖਦੇ ਹਾਂ, ਬੇਸ਼ੱਕ ਉਹ ਪੁਰਾਣੇ ਨੇਮ ਦੇ ਵਿੱਚ ਆਉਂਦੇ ਨੇ, ਲੇਕਿਨ ਉਹ ਧਰਤੀ ਦੇ ਮੋੜ ਵਸਾਏ ਜਾਣ ਤੋਂ ਪਹਿਲਾਂ ਦੇ ਨੇ, ਔਰ ਉਹਨਾਂ ਨੂੰ ਮੈਂ ਅਜੇ ਤੁਹਾਡੇ ਸਾਹਮਣੇ ਨਹੀਂ ਰੱਖਣਾ ਚਾਹੁੰਦਾ, ਪਰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਇੱਕ ਖਾਸ ਗੱਲਾਂ ਨੂੰ। ਅਬਰਾਹਾਮ, ਇਸਹਾਕ ਔਰ ਯਾਕੂਬ ਦੇ ਮਗਰੋਂ ਅਸੀਂ ਦੇਖਦੇ ਹਾਂ ਕਿ ਸਾਰਾ ਇਸਰਾਇਲ ਗੁਲਾਮੀ ਵਿੱਚ ਜਾਂਦਾ ਹੈ, ਔਰ ਖੁਦਾ ਅਬਰਾਹਾਮ ਨੂੰ ਇਸ ਧਰਤੀ ਦੇ ਖੁਦਾ ਮੂਸਾ ਨੂੰ ਇਸ ਧਰਤੀ ਦੇ ਉੱਤੇ ਖੜਾ ਕਰਦਾ ਹੈ, ਔਰ ਜਦੋਂ ਮੂਸਾ ਨੂੰ ਖੜਾ ਕਰਦਾ ਹੈ ਤੇ ਖੁਦਾ ਮੂਸਾ ਦੇ ਦੁਆਰਾ ਆਪਣੀ ਪ੍ਰਜਾ ਨੂੰ ਮਿਸਰ ਦੇ ਵਿੱਚੋਂ ਬਾਹਰ ਕੱਢਦਾ ਹੈ। ਇਹ ਮੇਰੀ ਪ੍ਰਜਾ, ਉਹਨਾਂ ਵਿੱਚੋਂ ਬਾਹਰ ਆ ਜਾ। ਸੋ ਬਾਹਰ ਕੱਢਦਾ ਹੈ, ਔਰ ਬਾਹਰ ਕੱਢਣ ਤੋਂ ਬਿਨਾ ਜਦ ਤੱਕ ਚਮਤਕਾਰ ਨਹੀਂ ਹੁੰਦੇ, ਜਦ ਤੱਕ ਪਰਮੇਸ਼ਰ ਆਪ ਨਹੀਂ ਉਤਰਦਾ, ਉਹਨਾਂ ਚਿਰ ਕੋਈ ਵੀ ਬਾਹਰ ਨਿਕਲ ਦੁਨੀਆ ਵਿੱਚੋਂ ਨਹੀਂ ਨਿਕਲ ਸਕਦਾ। ਹੁਣ ਖੁਦਾ ਮੂਸਾ ਦੇ ਨਾਲ ਹੈ। ਅਬਰਾਹਾਮ ਜਾ ਚੁੱਕਿਆ ਹੋਇਆ ਹੈ, ਔਰ ਖੁਦਾ ਮੂਸਾ ਦੇ ਨਾਲ ਗੱਲ ਕਰ ਰਿਹਾ ਹੈ, ਔਰ ਜਦੋਂ ਮੂਸਾ ਦੇ ਨਾਲ ਗੱਲ ਕਰ ਰਿਹਾ ਹੈ ਤੇ ਉਹ ਕਹਿੰਦਾ ਮੇਰੀ ਪ੍ਰਜਾ ਬਹੁਤ ਵੱਡੇ ਦੁੱਖ ਦੇ ਵਿੱਚ, ਔਰ ਮੈਂ ਇਸ ਕਰਕੇ ਉਤਰਿਆ ਹਾਂ ਕਿ ਮੈਂ ਤੈਨੂੰ ਉਹਨਾਂ ਦੇ ਕੋਲ ਘੱਲਾਂ। ਔਰ ਜਦੋਂ ਉਹਨਾਂ ਦੇ ਕੋਲ ਘੱਲ ਰਿਹਾ ਹੈ ਤੇ ਅਸੀਂ ਵੇਖਦੇ ਹਾਂ ਉਹਨੂੰ ਚਿੰਨ੍ਹ ਦਿੱਤੇ ਜਾਂਦੇ ਨੇ। ਸੱਚੀ ਕਲੀਸਿਆ ਦੇ ਕੋਲ ਹਮੇਸ਼ਾ ਚਿੰਨ੍ਹ ਹੋਏ ਨੇ, ਚਿੰਨ੍ਹ ਔਰ ਨਿਸ਼ਾਨ ਹੋਏ ਨੇ, ਔਰ ਚਿੰਨ੍ਹ ਤੇ ਨਿਸ਼ਾਨ ਜਿਹੜੇ ਨੇ ਇਹ ਸਿਵਾਏ ਖੁਦਾ ਤੋਂ ਹੋਰ ਕੋਈ ਕਰ ਨਹੀਂ ਸਕਦਾ। ਮੈਂ ਦੱਸਣਾ ਚਾਹੁੰਦਾ ਹਾਂ, ਬੇਸ਼ੱਕ ਅਸੀਂ ਦੇਖਦੇ ਹਾਂ ਕਿ ਲੋਕ ਚਿੰਨ੍ਹਾਂ ਦੇ ਪਿੱਛੇ ਭੱਜਦੇ ਨੇ, ਪਰ ਵਚਨ ਦੇ ਮਤਲਬ ਵਚਨ ਦੇ ਨਾਲ ਚੱਲਣ ਵਾਲੇ ਲੋਕ ਜਿਹੜੇ ਨੇ ਉਹ ਚਿੰਨ੍ਹਾਂ ਨੂੰ ਪਿੱਛੇ ਛੱਡ ਜਾਂਦੇ ਨੇ ਤੇ ਆਪਣੇ ਪਰਮੇਸ਼ਵਰ ਦੇ ਨਾਲ ਤੁਰੇ ਜਾਂਦੇ ਨੇ, ਚਿੰਨ੍ਹ ਪਛਾਣ ਰਹਿ ਜਾਂਦੇ ਨੇ। ਖੁਦਾ ਬਹੁਤ ਵੱਡੀ ਬਰਕਤ ਦੇਵੇ। ਔਰ ਇੱਥੇ ਲਿਖਿਆ ਹੈ, ਯਹੋਵਾ ਪਰਮੇਸ਼ਵਰ ਕੂਚ 3:5 ਵਿੱਚ ਮੂਸਾ ਨੂੰ ਕਹਿ ਰਿਹਾ ਹੈ, ਫਿਰ ਉਸ ਆਖਿਆ ਇਧਰ ਨੇੜੇ ਨਾ ਆ, ਆਪਣੇ ਪੈਰਾਂ ਤੋਂ ਜੁੱਤੀ ਲਾ ਦੇ, ਕਿਉਂ ਜੋ ਇਹ ਥਾਂ ਪਵਿੱਤਰ ਹੈ ਅਤੇ ਜਿੱਥੇ ਤੂੰ ਖੜਾ ਹੈ ਇਹ ਪਵਿੱਤਰ ਭੂਮੀ ਹੈ। ਨਾਲੇ ਉਸ ਆਖਿਆ ਮੈਂ ਤੇਰੇ ਪਿਤਾ ਪਰਮੇਸ਼ਵਰ, ਮੈਂ ਤੇਰਾ
ਮੈਂ ਤੇਰੇ ਪਿਤਾ ਦਾ ਪਰਮੇਸ਼ਰ, ਅਬਰਾਹਾਮ ਦਾ ਪਰਮੇਸ਼ਰ, ਇਜ਼ਾਕ ਦਾ ਪਰਮੇਸ਼ਰ, ਯਾਕੂਬ ਦਾ ਪਰਮੇਸ਼ਰ। ਜਦੋਂ ਮੂਸਾ ਨੂੰ ਇਹ ਗੱਲਾਂ ਸੁਣਾਈਆਂ ਗਈਆਂ ਤੇ ਉਹ ਡਰ ਰਿਹਾ ਸੀ ਔਰ ਖੁਦਾ ਨੇ ਉਸਨੂੰ, ਉਹਨੇ ਆਪਣੀ ਜੁੱਤੀ ਪੈਰਾਂ ਤੋਂ ਲਾ ਦਿੱਤੀ ਔਰ ਮੂੰਹ ਦੇ ਮੂੰਹ ਡਿੱਗ ਪਿਆ। ਔਰ ਫਿਰ ਅਸੀਂ ਵੇਖਦੇ ਹਾਂ ਜਦੋਂ ਮੂੰਹ ਦੇ ਮੂੰਹ ਡਿੱਗਿਆ ਹੋਇਆ ਹੈ ਤੇ ਲਿਖਿਆ, ਯਹੋਵਾ ਨੇ ਆਖਿਆ, ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚਮੁੱਚ ਵੇਖਿਆ ਹੈ ਔਰ ਉਹਨਾਂ ਦੀ ਦੁਹਾਈ ਜੋ ਉਹਨਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਹੈ, ਕਿਉਂ ਜੋ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਹਾਂ ਅਤੇ ਮੈਂ ਉਤਰਿਆ ਹਾਂ ਜੋ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛਡਾਵਾਂ। ਖੁਦਾ ਬੜੀ ਬਰਕਤ ਦੇਵੇ। ਕਦੇ ਖੁਦਾ ਜਦੋਂ ਉਤਰ ਕੇ ਆਉਂਦਾ ਹੈ ਤੇ ਫਿਰ ਕੋਈ ਕੰਮ ਹੁੰਦਾ ਹੈ। ਹਾਲੇਲੂਇਆ। ਫਿਰ ਕੋਈ ਕੰਮ ਹੁੰਦਾ ਹੈ ਜਦੋਂ ਖੁਦਾ ਉਤਰ ਕੇ ਆਉਂਦਾ ਹੈ। ਔਰ ਇਸ ਕਰਕੇ ਅਸੀਂ ਪੁਰਾਣੇ ਨੇਮ ਦੇ ਅੰਦਰ ਵੀ ਉਹ ਕਹਿੰਦਾ, ਮੈਂ ਉਤਰ ਕੇ ਆਇਆ ਹਾਂ। ਤੇ ਉਤਰ ਕੇ ਕਿੱਥੇ ਆਇਆ ਹੈ? ਹੋਰੇਬ ਦੇ ਪਹਾੜ ਦੀ ਝਾੜੀ ਵਿੱਚ ਉਤਰ ਕੇ ਆ ਕੇ ਬੈਠ ਗਿਆ ਹੈ। ਔਰ ਜਦੋਂ ਉਹ ਬੈਠ ਗਿਆ ਆ ਕੇ ਔਰ ਉਹ ਉਤਰ ਕੇ ਆ ਗਿਆ, ਝਾੜੀ ਅੱਗ ਦੇ ਨਾਲ ਜਲ ਰਹੀ ਹੈ, ਬਲ ਰਹੀ ਹੈ। ਮੂਸਾ ਵੇਖ ਰਿਹਾ ਹੈ। ਖੁਦਾ ਕਹਿ ਰਿਹਾ ਹੈ, ਮੈਂ ਉਤਰ ਕੇ ਆਇਆ ਹਾਂ ਪਰ ਮੈਂ ਆਪਣੇ ਲੋਕਾਂ ਨੂੰ ਵੇਖਾਂ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਬਹੁਤ ਲੰਬਾ ਨਾ ਜਾਂਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੁਦਾ ਉੱਤਰ ਆਇਆ ਸੀ ਔਰ ਉਹ ਇੱਕ ਨਬੀ ਨੂੰ ਮਸਾ ਕਰਦਾ ਹੈ, ਇੱਕ ਆਗੂ ਨੂੰ ਮਸਾ ਕਰਦਾ ਹੈ ਔਰ ਉਸ ਨੂੰ ਮਸਾ ਕਰਕੇ ਉਹਨੂੰ ਮਿਸਰ ਦੇ ਅੰਦਰ ਘੱਲਦਾ ਹੈ ਅਤੇ ਆਪ ਉਹਦੇ ਨਾਲ ਚੱਲਦਾ ਹੈ। ਸੋ ਪਰਜਾ ਇਸਰਾਇਲ ਮਿਸਰ ਵਿੱਚੋਂ ਨਿਕਲਦੀ ਹੈ। ਛੋਟਾ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ, ਪਰਜਾ ਇਸਰਾਇਲ ਮਿਸਰ ਵਿੱਚੋਂ ਨਿਕਲਦੀ ਹੈ ਔਰ ਜਦੋਂ ਨਿਕਲਦੀ ਹੈ ਉਹਨਾਂ ਨੂੰ ਚਿੰਨ੍ਹ ਮਿਲਦੇ ਨੇ। ਮੂਸਾ ਨੂੰ 2 ਚਿੰਨ੍ਹ ਮਿਲੇ ਨੇ। ਇੱਕ ਤੇ ਤੂੰ ਪਾਣੀਆਂ ਨੂੰ ਕੀ ਬਣਾ ਦੇਵੇਂਗਾ? ਲਹੂ ਬਣਾ ਦੇਵੇਂਗਾ। ਔਰ ਦੂਸਰੇ ਮਤਲਬ ਦੂਸਰਾ ਚਿੰਨ੍ਹ ਜਿਹੜਾ ਹੈ ਉਹ ਕਹਿੰਦਾ ਮੈਂ ਤੇਰੇ ਨਾਲ ਹੋਵਾਂਗਾ। ਔਰ ਇਹ ਦੋਨੋਂ ਚਿੰਨ੍ਹ ਟਾਂਗੇ ਦੇ ਅੰਦਰ ਹਨ ਜੋ ਮੂਸਾ ਦੇ ਹੱਥ ਵਿੱਚ ਹੈ। ਮੇਰੇ ਅਜ਼ੀਜ਼ੋ, ਪੁਰਾਣੇ ਨੇਮ ਦੀ ਕਲੀਸਿਆ ਹੈ ਔਰ ਜਿਨ੍ਹਾਂ ਦੇ ਨਾਲ ਖੁਦਾ ਚੱਲ ਰਿਹਾ ਹੈ। ਨਵੇਂ ਨੇਮ ਦੀ ਕਲੀਸਿਆ ਦੇ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਕਿ ਖੁਦਾ ਫੇਰ ਉਤਰ ਕੇ ਆਇਆ ਔਰ ਦੇਹ ਵਿੱਚ ਦੇਹਧਾਰੀ ਹੋਇਆ। ਉੱਥੇ ਪੁਰਾਣੇ ਨੇਮ ਤੇ ਦੇਹਧਾਰੀ ਨਹੀਂ ਹੋਇਆ। ਹਾਂ, ਜੇ ਉਹ ਅਬਰਾਹਾਮ ਦੇ ਘਰ ਆਇਆ ਹੈ ਉਤਪਤੀ 18 ਚ, ਤੇ ਉਹ ਦੇਹ ਲੈ ਕੇ ਆਇਆ ਹੈ ਜਿਹੜੀ ਉਸਨੇ ਹਵਾ ਚੋਂ ਇਕੱਠੀ ਕੀਤੀ ਹੈ, ਜਿਸ ਨੂੰ ਥਿਊਫਨੀ ਆਖਿਆ ਜਾਂਦਾ ਹੈ ਜਾਂ ਲਗੋਸ ਆਖਿਆ ਜਾਂਦਾ ਹੈ। ਪਰ ਜਦੋਂ ਨਵੇਂ ਨੇਮ ਦੀ ਕਲੀਸਿਆ ਵਾਸਤੇ ਆਉਂਦਾ ਹੈ ਤੇ ਫਿਰ ਉਹ ਦੇਹ ਦੇ ਵਿੱਚ ਆਉਂਦਾ ਹੈ। ਔਰ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਔਰ ਯਹੂਨਾ 3:13 ਦੇ ਅੰਦਰ ਲਿਖਿਆ, ਸਵਰਗ ਨੂੰ ਕੋਈ ਨਹੀਂ ਚੜਿਆ ਬਲਕਿ ਉਹ ਜਿਹੜਾ ਸਵਰਗ ਤੋਂ ਉਤਰਿਆ ਅਰਥਾਤ ਮਨੁੱਖ ਦਾ ਪੁੱਤਰ, ਉਹ ਮਨੁੱਖ ਬਣ ਕੇ ਧਰਤੀ ਦੇ ਉੱਤੇ ਮਨੁੱਖ ਬਣਿਆ। ਸਵਰਗ ਤੋਂ ਉਤਰਿਆ ਹੈ ਔਰ ਧਰਤੀ ਦੇ ਉੱਤੇ ਕੀ ਬਣਿਆ ਹੈ? ਮਨੁੱਖ ਬਣਿਆ ਹੈ। ਹੁਣ ਅਸੀਂ ਦੇਖਦੇ ਹਾਂ ਜਦੋਂ
ਉਹ ਮਨੁੱਖ ਬਣ ਗਿਆ। ਔਰ ਜਦੋਂ ਉਹ 30 ਸਾਲ ਦਾ ਹੋਇਆ ਔਰ 30 ਸਾਲ ਦਾ ਜਾਜਕ ਜਦੋਂ 30 ਸਾਲ ਦਾ ਹੁੰਦਾ ਸੀ ਉੱਤੇ ਸੇਵਾ ਸ਼ੁਰੂ ਕਰਦਾ ਸੀ। ਜਦੋਂ ਇਹ 30 ਸਾਲ ਦਾ ਸੀ ਤੇ ਯਹੋਨਾ ਬਪਤਿਸਮਾ ਦੇਣ ਵਾਲਾ 30 ਸਾਲ ਦਾ ਸੀ। ਉਹ ਫੜਿਆ ਜਾਂਦਾ ਹੈ, ਉਹਦੀ ਸੇਵਾ ਇੰਨਾ ਕਿਤੇ ਨਹੀਂ ਚੱਲੀ ਹੈ। ਇਹ 30 ਸਾਲ ਦਾ ਹੁੰਦਾ ਹੈ ਔਰ ਇਹ ਨਾਸਰਤ ਛੱਡ ਕੇ ਕਫਰਨਾਹੂਮ ਵਿੱਚ ਚਲਾ ਜਾਂਦਾ ਹੈ ਔਰ ਉੱਥੇ ਆਪਣੇ ਚੇਲਿਆਂ ਨੂੰ ਚੁਣਦਾ ਹੈ। ਪੁਰਾਣੇ ਨੇਮ ਦੇ 12 ਜਿਹੜੇ ਪੁਰਸ਼ ਨੇ ਉਹ ਕੌਣ ਨੇ? ਉਹ ਅਬਰਾਹਾਮ। ਮੈਂ ਦੱਸਣਾ ਚਾਹੁੰਦਾ ਉਹ ਅਬਰਾਹਾਮ ਦੇ ਵਿੱਚੋਂ ਨਿਕਲੇ ਹੋਏ, ਇਸਹਾਕ ਚੋਂ ਨਿਕਲੇ ਹੋਏ ਯਾਕੂਬ ਦੇ ਉਹ 12 ਹੀ ਪੁੱਤਰ ਨੇ। ਔਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਚੁਣਿਆ ਹੈ ਨਵੇਂ ਨੇਮ ਦੀ ਕਲੀਸਿਆ ਦੇ ਰਸੂਲਾਂ ਨੂੰ, ਤੇ ਇਹ ਵੀ ਕਿੰਨੇ ਨੇ? 6 ਤੇ 6 12 ਨੇ। ਖੁਦਾ ਦੀ ਤਖਤ ਦੇ ਸਾਹਮਣੇ ਕਿੰਨੇ ਬਜ਼ੁਰਗ ਨੇ? 12 ਤੇ 12 24 ਨੇ। ਪੁਰਾਣੇ ਔਰ ਨਵੇਂ ਨੇਮ ਦੇ ਲੋਕ। ਹੁਣ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਪੁਰਾਣੇ ਨਵੇਂ ਨੇਮ ਦੀ ਕਲੀਸਿਆ ਹੈ, ਇਹ ਕਿਰਪਾ ਨਾਲ ਸ਼ੁਰੂ ਹੁੰਦੀ ਹੈ। ਇਹ ਕਿਰਪਾ ਦੇ ਨਾਲ ਸ਼ੁਰੂ ਹੁੰਦੀ ਹੈ। ਇਹ ਸ਼ਰ੍ਹਾ ਨਾਲ ਸ਼ੁਰੂ ਨਹੀਂ ਹੁੰਦੀ, ਇਹ ਕਿਰਪਾ ਦੇ ਨਾਲ ਸ਼ੁਰੂ ਹੁੰਦੀ ਹੈ। ਔਰ ਕਿਰਪਾ ਕੌਣ ਲੈ ਕੇ ਆਇਆ? ਸਾਡਾ ਖੁਦਾਵੰਦ ਯਿਸੂ ਮਸੀਹ ਹੈ, ਜਿਹੜਾ ਕਿਰਪਾ ਲੈ ਕੇ ਉਤਰਿਆ, ਪਿਆਰ ਲੈ ਕੇ ਉਤਰਿਆ, ਬਹੁਤ ਪਿਆਰ ਲੈ ਕੇ ਉਤਰਿਆ, ਨਫ਼ਰਤ ਨੂੰ ਮਾਰਨ ਲਈ ਉਤਰਿਆ, ਕਿਰਪਾ ਲੈ ਕੇ ਥੱਲੇ ਉਤਰ ਆਇਆ। ਔਰ ਜਦੋਂ ਥੱਲੇ ਆਇਆ ਅਸੀਂ ਦੇਖਦੇ ਹਾਂ ਉਸਨੇ ਇੱਕ ਕਲੀਸਿਆ ਨੂੰ ਤਿਆਰ ਕੀਤਾ। ਔਰ ਇਹ ਕਲੀਸਿਆ ਬੜੀ ਜ਼ਬਰਦਸਤ ਕਲੀਸਿਆ ਸੀ ਔਰ ਲੋਕ ਇਸ ਕਲੀਸਿਆ ਨੂੰ ਐਵੇਂ ਦਬਕੇ ਮਾਰਦੇ ਸੀ ਵੀ ਸ਼ਾਇਦ ਇਹ ਐਵੇਂ ਦੇ ਲੋਕ ਨੇ, ਪਰ ਉਹਨਾਂ ਨੂੰ ਦਬਕੇ ਨਹੀਂ ਸੀ ਮਾਰੇ ਜਾ ਸਕਦੇ। ਔਰ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਨੇ ਬੜੀ ਵੱਡੀ ਗਲਤੀ ਕੀਤੀ ਹੈ, ਬਹੁਤ ਵੱਡੀ ਉਹਨਾਂ ਨੇ ਗਲਤੀ ਕੀਤੀ ਹੈ। ਔਰ ਲਿਖਿਆ ਹੈ ਪ੍ਰਭੂ ਦੇ ਬਚਨ ਚੋਂ ਮੈਂ ਪੜ੍ਹਨਾ ਚਾਹੁੰਦਾ ਹਾਂ। ਔਰ ਇੱਥੇ ਰਸੂਲਾਂ ਦੇ ਕਰਤੱਵ 30 ਅਧਿਆਇ ਹੈ। ਪਤਰਸ ਅਤੇ ਯਹੋਨਾ ਪ੍ਰਾਰਥਨਾ ਕਰਨ ਦੇ ਵੇਲੇ 30 ਪੈਰ ਹੈਕਲ ਨੂੰ ਚਲੇ ਜਾਂਦੇ ਸਨ। ਜਦ 30 ਪੈਰ ਹੈਕਲ ਨੂੰ ਜਾ ਰਹੇ ਸਨ ਔਰ ਹੈਕਲ ਦੇ ਉੱਤੇ, ਹੈਕਲ ਦੇ ਫਾਟਕ ਦੇ ਉੱਤੇ ਇੱਕ ਲੰਗੜਾ ਬੈਠਾ ਬੜੀ ਦੇਰ ਤੋਂ ਬਹਿ ਰਿਹਾ ਸੀ। ਹੈਕਲ ਦੇ ਬੂਹੇ ਦੇ ਉੱਤੇ ਬੜੀ ਦੇਰ ਤੋਂ ਬਹਿ ਰਿਹਾ ਸੀ, ਪਰ ਚੰਗਾ ਨਹੀਂ ਸੀ ਹੋਇਆ। ਚੰਗਾ ਇਸ ਕਰਕੇ ਨਹੀਂ ਸੀ ਹੋਇਆ ਕਿਉਂਕਿ ਯਸ਼ਾਇਆ 35 ਔਰ ਉਸ ਦੀ 4 ਆਇਤ ਵਿੱਚ ਲਿਖਿਆ, ਧੜਕਦੇ ਦਿਲ ਵਾਲਿਆਂ ਨੂੰ ਆਖੋ ਨਾ ਡਰੋ, ਯਹੋਵਾ ਪਰਮੇਸ਼ਰ ਨੂੰ ਵੇਖੋ, ਉਹ ਵੱਟੇ ਨਾਲ ਆਵੇਗਾ, ਉਹ ਬਦਲੇ ਨਾਲ ਆਵੇਗਾ, ਉਹ ਆਵੇਗਾ ਅਤੇ ਅੰਨ੍ਹਿਆਂ ਦੀਆਂ ਅੱਖਾਂ ਖੁੱਲ ਜਾਣਗੀਆਂ। ਔਰ ਲਿਖਿਆ ਲੰਗੜਾ ਜਿਹੜਾ ਹੈ ਉਹ ਹਿਰਨ ਵਾਂਗੂ ਝੌਂਪੜੀਆਂ ਭਰੇਗਾ। ਹੁਣ ਤੇ ਯਿਸੂ ਦੇ ਆਉਣ ਤੇ ਹੋਣਾ। ਜਦੋਂ ਆ ਗਿਆ, ਜਦੋਂ ਆ ਕੇ ਸੇਵਾ ਕਰਕੇ ਚਲਾ ਗਿਆ, ਹੁਣ ਉਸ ਕਲੀਸਿਆ ਦੇ ਕੋਲੋਂ ਚਿੰਨ੍ਹ ਨੇ। ਔਰ ਪਤਰਸ ਤੇ ਯਹੋਨਾ ਜਾ ਰਹੇ ਨੇ ਪ੍ਰਾਰਥਨਾ ਕਰਨ ਵਾਸਤੇ।
ਔਰ ਇਹ ਲੰਗੜਾ ਵੇਖ ਰਿਹਾ ਹੈ ਭਈ ਮੈਨੂੰ ਕੁਝ ਦੇਣਗੇ। ਉਹਨੇ ਕਿਹਾ ਸੋਨਾ ਤੇ ਚਾਂਦੀ ਸਾਡੇ ਕੋਲ ਹੈ ਨਹੀਂ, ਪਰ ਜੋ ਕੁਝ ਸਾਡੇ ਕੋਲ ਹੈ ਉਹ ਅਸੀਂ ਤੈਨੂੰ ਦਿੰਦੇ ਹਾਂ। ਯਿਸੂ ਨਾਸਰੀ ਦੇ ਨਾਮ ਨਾਲ ਉੱਠ ਕੇ ਚੱਲ ਫਿਰ। ਔਰ ਉਹ ਲੰਗੜਾ ਜਿਹੜਾ ਸੀ ਉਹ ਛਾਲ ਮਾਰ ਕੇ ਉੱਠ ਖਲੋਤਾ। ਇਹ ਚਿੰਨ੍ਹ ਸੀ ਨਵੇਂ ਨੇਮ ਦੀ ਕਲੀਸਿਆ ਦੇ ਉੱਤੇ। ਔਰ ਜਦੋਂ ਇਹਨਾਂ ਚਿੰਨ੍ਹਾਂ ਨੂੰ ਲੋਕਾਂ ਨੇ ਵੇਖਿਆ ਔਰ ਉਹ ਪੁਰਾਣੇ ਨੇਮ ਦੀ ਮਤਲਬ ਪੁਰਾਣੇ ਨੇਮ ਦੇ ਜਿਹੜੇ ਲੋਕ ਸੀ ਉਹਨਾਂ ਤੋਂ ਦੌੜ ਦੌੜ ਕੇ ਉਹ ਨਵੇਂ ਨੇਮ ਦੀ ਕਲੀਸਿਆ ਦੇ ਅੰਦਰ ਚਲੇ ਗਏ। ਜਦੋਂ ਨਵੇਂ ਨੇਮ ਦੀ ਕਲੀਸਿਆ ਦੇ ਅੰਦਰ ਚਲੇ ਗਏ ਔਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਅਸਲ ਵਿੱਚ ਨਵੇਂ ਨੇਮ ਦੇ ਸ਼ੁਰੂਆਤ ਵਿੱਚ ਜਿਵੇਂ ਲਿਖਿਆ ਹੈ, ਯਿਸੂ ਮਸੀਹ ਦੇ ਚਲੇ ਜਾਣ ਤੋਂ ਮਗਰੋਂ ਜਦ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਿਆ ਔਰ ਪਾਤਰਸ ਜੋ ਪਵਿੱਤਰ ਆਤਮਾ ਦਾ ਭਰਿਆ ਹੋਇਆ ਹੈ, ਲੋਕ ਪੁੱਛ ਰਹੇ ਨੇ ਭਾਈਓ ਅਸੀਂ ਕੀ ਕਰੀਏ ਵੀ ਅਸੀਂ ਬਚਾਏ ਜਾਈਏ। ਲਿਖਿਆ ਤਦ ਪਾਤਰਸ ਨੇ ਆਖਿਆ ਤੌਬਾ ਕਰੋ ਅਤੇ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਕੀ ਲਓ, ਬਪਤਿਸਮਾ ਲਓ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਕਿੰਨਿਆਂ ਨੇ ਲਿਆ? ਪਹਿਲੇ ਦਿਨ ਹੀ 3000 ਲੋਕਾਂ ਨੇ ਲਿਆ। ਔਰ ਫਿਰ ਇਹ ਪਰਚਾ ਅੱਗੇ ਤੋਂ ਅੱਗੇ ਵੱਧਦੀ ਚਲੀ ਜਾ ਰਹੀ ਸੀ। ਔਰ ਜਦੋਂ ਵੱਧਦੇ ਚਲੇ ਜਾ ਰਹੇ ਸਨ, ਇਹਨਾਂ ਨੂੰ ਆਵਾਜ਼ ਵੀ ਆਕਾਸ਼ੋਂ ਆਈ ਔਰ ਭਾਰੀ ਹਨੇਰੀ ਦੇ ਵਗਣ ਦੀ ਆਵਾਜ਼ ਸੀ। ਔਰ ਜਿਹੜਾ ਪਿਲਰ ਆਫ ਫਾਇਰ ਪੁਰਾਣੀ ਕਲੀਸਿਆ ਦੇ ਅੰਦਰ, ਪੁਰਾਣੇ ਨੇਮ ਦੀ ਕਲੀਸਿਆ ਦੇ ਅੰਦਰ ਸੀ, ਉਹ ਫਟ ਕੇ ਜੀਬਾਂ ਬਣ ਗਿਆ ਔਰ ਨਵੇਂ ਨੇਮ ਦੀ ਕਲੀਸਿਆ ਦੇ ਜਿਹੜੇ ਉਡੀਕ ਕਰ ਰਹੇ ਸਨ ਉਹਨਾਂ ਦੇ ਉੱਤੇ ਆ ਕੇ ਠਹਿਰ, ਅੱਗ ਦੀਆਂ ਜੀਬਾਂ ਬਣ ਕੇ ਠਹਿਰ ਗਿਆ। ਔਰ ਇਹ ਨਵੇਂ ਨੇਮ ਦੀ ਕਲੀਸਿਆ, ਨਵੇਂ ਨੇਮ ਦੀ ਕਲੀਸਿਆ ਜਿਹੜੀ ਹੈ ਇਹ ਯਿਸੂ ਨੂੰ ਨਹੀਂ ਛੱਡ ਸਕਦੀ। ਇਹ ਮਾਰੇ ਜਾਣਗੇ ਪਰ ਇਹ ਯਿਸੂ ਮਸੀਹ ਨੂੰ ਛੱਡ ਨਹੀਂ ਸਕਦੀ। ਔਰ ਇਹ ਨਵੇਂ ਨੇਮ ਦੀ ਕਲੀਸਿਆ ਜਿਹੜੀ ਹੈ ਪਾਤਰਸ ਤੋਂ ਸ਼ੁਰੂ ਹੁੰਦੀ ਹੈ ਔਰ ਪੌਲਸ ਵਿੱਚ ਆਉਂਦੀ ਹੈ। ਪੌਲਸ ਤੋਂ ਅੱਗੇ ਨੂੰ ਅਰੇਨੀਅਸ ਵਿੱਚ ਜਾਂਦੀ ਹੈ। ਅਰੇਨੀਅਸ ਤੋਂ ਮਗਰੋਂ ਅਸੀਂ ਦੇਖਦੇ ਹਾਂ ਕਿ ਇਹ ਉਹਨਾਂ 7 ਕਲੀਸਿਆ ਦੇ ਵਿੱਚੋਂ ਦੀ ਹੁੰਦੀ ਹੋਈ ਇਹ ਸੱਚੀ ਕਲੀਸਿਆ ਅੱਜ ਦੇ ਦਿਨਾਂ ਤੱਕ ਪਹੁੰਚ ਗਈ ਹੈ। ਔਰ ਜਿਹੜੇ ਮੇਰੇ ਤੇ ਤੁਹਾਡੇ ਦਿਨ ਨੇ, ਇਹਨਾਂ ਦਿਨਾਂ ਦੇ ਅੰਦਰ ਫਿਰ ਖੁਦਾ ਆਵਾਜ਼ ਦੇ ਰਿਹਾ ਹੈ ਔਰ ਉਹ ਪ੍ਰਕਾਸ਼ ਦੀ ਪੋਥੀ 18 ਵਿੱਚ ਕਹਿ ਰਿਹਾ ਹੈ, ਹੇ ਮੇਰੀ ਪਰਜਾ, ਹੇ ਮੇਰੀ ਪਰਜਾ, ਕਿਉਂਕਿ ਅਜੇ ਵੀ ਉਹਦੀ ਕੋਈ ਪਰਜਾ ਹੈਗੀ ਆ। ਭਾਵੇਂ ਲੋਕ ਕਹਿਣ ਵੀ ਅਸੀਂ ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾ ਨਹੀਂ ਲੈ ਸਕਦੇ, ਸਾਡਾ ਇਹ ਮਤਲਬ ਪਾਸ ਨਹੀਂ ਮੰਨਦਾ, ਪਾਸ ਮੰਨੇ ਜਾਂ ਨਾ ਮੰਨੇ, ਲੇਕਿਨ ਅਜੇ ਇੱਕ ਪਰਜਾ ਹੈਗੀ ਆ। ਨਵੇਂ ਨੇਮ ਦੀ ਅਜੇ ਇੱਕ ਕਲੀਸਿਆ ਹੈਗੀ ਆ ਜਿਹੜੀ ਯਿਸੂ ਮਸੀਹ ਦੇ ਆਤਮਾ ਦੁਆਰਾ ਚੱਲਦੀ। ਔਰ ਲਿਖਿਆ ਹੈ ਪ੍ਰਕਾਸ਼ ਦੀ ਪੋਥੀ 18 ਅਧਿਆਏ ਔਰ ਉਸ ਦੀ 4 ਆਇਤ ਮੈਂ ਤੁਹਾਡੇ ਸਾਹਮਣੇ ਪੜ੍ਹਨੀ ਚਾਹੁੰਦਾ ਹਾਂ। ਮੈਂ ਇੱਕ ਹੋਰ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ। ਆਕਾਸ਼ ਤੋਂ ਇੱਕ ਆਵਾਜ਼ ਆਈ ਆ ਤੇ ਯਹੋਨਾ ਪ੍ਰਕਾਸ਼ ਦੀ ਪੋਥੀ ਲਿਖਣ ਵਾਲਾ ਕਹਿ ਰਿਹਾ, ਮੈਂ ਇਹ ਆਵਾਜ਼ ਸੁਣੀ ਹੈ। ਔਰ ਆਵਾਜ਼ ਕੀ ਕਹਿ ਰਹੀ ਆ? ਹੇ ਮੇਰੀ ਪਰਜਾ, ਉਹਦੇ ਵਿੱਚੋਂ ਨਿਕਲੋ, ਮਤੇ ਤੁਸੀਂ ਉਹਦਿਆਂ ਪਾਪਾਂ ਦੇ ਭਾਗੀ ਬਣੋ,
ਮਤੇ ਤੁਸੀਂ ਉਹਦੀਆਂ ਬਾਵਾਂ ਦੇ ਸਾਂਝੀ ਹੋਵੋ। ਉਹਦੇ ਪਾਪ ਤਾਂ ਆਕਾਸ਼ ਨੂੰ ਅੱਪੜ ਪਏ ਹਨ ਅਤੇ ਪਰਮੇਸ਼ਰ ਨੇ ਉਹਨਾਂ ਦੇ ਕੁਧਰਮ ਚੇਤੇ ਕਰ ਲਏ ਹਨ। ਇਹਨਾਂ ਦਿਨਾਂ ਦੇ ਅੰਦਰ ਲੋਕਾਂ ਦੇ ਪਾਪ ਜਿਹੜੇ ਨੇ ਉਹ ਆਕਾਸ਼ ਤੱਕ ਅੱਪੜ ਗਏ ਨੇ। ਲੇਕਿਨ ਇਸ ਸਾਰੀ ਦੁਨੀਆ ਦੇ ਅੰਦਰ ਇੱਕ ਉਹਦੀ ਕਲੀਸਿਆ ਹੈ ਜਿਹਨੂੰ ਉਹ ਲੈਣ ਲਈ ਆ ਰਿਹਾ, ਜਿਹਨੂੰ ਉਹ ਦੁਲਹਨ ਕਹਿੰਦਾ ਹੈ, ਜਿਹਨੂੰ ਉਹ ਪਰਜਾ ਕਹਿੰਦਾ ਹੈ, ਔਰ ਜਿਹਨੂੰ ਆਵਾਜ਼ ਮਾਰਦਾ ਹੈ। ਅੱਜੇ ਵੀ ਉਹ ਕਹਿ ਰਿਹਾ ਹੈ, ਇਹ ਮੇਰੀ ਪਰਜਾ ਉਹਨਾਂ ਵਿੱਚੋਂ ਬਾਹਰ ਆ ਜਾ। ਤੇਰਾ ਜੀ ਜੋ ਅਸੀਂ ਕਿਸ ਤਰ੍ਹਾਂ ਬਾਹਰ ਆਵਾਂਗੇ? ਪਹਿਲਾਂ ਤਾਂ ਸਾਨੂੰ ਪਾਪਾਂ ਵਿੱਚੋਂ ਲੋਕਾਂ ਨੂੰ ਬਾਹਰ ਆਉਣਾ ਚਾਹੀਦਾ ਔਰ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੀਸ਼ੂ ਮਸੀਹ ਦੇ ਨਾਮ 'ਚ ਬਪਤਿਸਮਾ ਲੈਣਾ ਚਾਹੀਦਾ। ਔਰ ਫਿਰ ਅਸੀਂ ਦੇਖਦੇ ਹਾਂ ਉਹ ਦੁਨੀਆ ਦੀਆਂ ਕਲੀਸਿਆਵਾਂ ਦੇ ਵਿੱਚੋਂ ਬਾਹਰ ਆ ਜਾਣਗੇ ਔਰ ਉਹ ਆਪਣੇ ਦੁਲੇ ਦੀ ਆਵਾਜ਼ ਸੁਣਨਗੇ। ਹੋਰ ਕਿਸੇ ਦੀ ਨਹੀਂ, ਆਪਣੇ ਦੁਲੇ ਦੀ ਆਵਾਜ਼ ਸੁਣਨਗੇ, ਕਿਉਂਕਿ ਆਵਾਜ਼ ਆ ਰਹੀ ਆ ਕਿ ਮੇਰੀ ਪਰਜਾ ਉਹਨਾਂ ਵਿੱਚੋਂ ਬਾਹਰ ਨਿਕਲੇ। ਅੱਜ ਲੋਕ ਭਾਵੇਂ ਥੋੜੇ ਹੋਣ ਭਾਵੇਂ ਬਹੁਤੇ ਹੋਣ, ਉਹ ਜ਼ਰੂਰ ਬਾਹਰ ਨਿਕਲ ਆਏ ਨੇ। ਔਰ ਜਿਨ੍ਹਾਂ ਦੇ ਕੰਨਾਂ 'ਚ ਆਵਾਜ਼ ਪੈ ਗਈ ਉਹ ਬਾਹਰ ਨਿਕਲ ਆਏ ਨੇ, ਔਰ ਜਿਨ੍ਹਾਂ ਦੇ ਕੰਨਾਂ 'ਚ ਆਵਾਜ਼ ਪੈ ਜਾਏਗੀ ਉਹ ਬਾਹਰ ਨਿਕਲ ਆਉਣਗੇ ਔਰ ਖੁਦਾ ਦਾ ਵਚਨ ਪੂਰਾ ਹੋ ਜਾਏਗਾ। ਫਿਰ ਮੈਂ ਇੱਕ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ, ਇਹ ਮੇਰੀ ਪਰਜਾ ਉਹਨਾਂ ਵਿੱਚੋਂ ਬਾਹਰ ਆ ਜਾ, ਮਤੇ ਤੂੰ ਉਹਨਾਂ ਦੇ ਪਾਪਾਂ ਦੇ ਭਾਗੀ ਬਣ। ਆਓ ਦੁਆ ਕਰਾਂਗੇ। ਅੱਜ ਉਹਨਾਂ ਪਾਪਾਂ ਦੇ ਕਾਰਨ, ਬੁਰਾਈਆਂ ਦੇ ਕਾਰਨ ਜਿਹੜੇ ਆਕਾਸ਼ ਨੂੰ ਅੱਪੜ ਪਏ ਨੇ, ਦੁਨੀਆ ਦੇ ਪਾਪ, ਅਪਰਾਧ, ਬਦੀਆਂ, ਬੁਰਾਈਆਂ, ਉਹਨਾਂ ਦੇ ਕਾਰਨ ਅੱਜ ਸਾਰਾ ਜਗਤ ਹਿੱਲ ਗਿਆ ਹੈ। ਸਾਰਾ ਜਗਤ ਹਿੱਲ ਗਿਆ ਹੈ। ਉਹ ਸੋਚਦੇ ਨੇ ਕਰੋਨਾ ਵਾਇਰਸ ਹੈ। ਹਾਂ ਠੀਕ ਹੈ, ਨਾ ਤੇ ਉਹਦਾ ਕਰੋਨਾ ਵਾਇਰਸ ਹੈ, ਲੇਕਿਨ ਇਹ ਨਿਆਂ ਤੁਰਿਆ ਚਲਿਆ ਰਿਹਾ। ਨਿਆਂ ਖੁਦਾ ਨੇ ਕਰਨਾ ਹੈ। ਹੱਥ ਜੋੜ ਕੇ ਦੁਆ ਕਰਾਂਗੇ। ਸਾਡੇ ਪਿਆਰੇ ਖੁਦਾ ਬਈ ਯਿਸੂ ਮਸੀਹ, ਅਜੇ ਵੀ ਸਾਡੇ ਲਈ ਦਿਨ ਨੇ ਪਿਆਰੇ ਪ੍ਰਭੂ, ਜੋ ਅਸੀਂ ਤੇਰੇ ਸਾਹਮਣੇ ਪਿਆਰੇ ਖੁਦਾਵੰਦ ਆਪਣੇ ਆਪ ਨੂੰ ਨੀਵੇਂ ਕਰ ਲਈਏ। ਪਿਆਰੇ ਖੁਦਾਵੰਦ ਆਪਣੇ ਆਪ ਨੂੰ ਝੁਕਾ ਲਈਏ ਪ੍ਰਭੂ। ਜਿਸ ਤਰ੍ਹਾਂ ਤੂੰ ਕਹਿੰਦਾ ਹੈ ਉਸ ਤਰ੍ਹਾਂ ਕਰ ਲਈਏ ਪ੍ਰਭੂ ਯਿਸੂ ਮਸੀਹ। ਤੇਰੀ ਪਰਜਾ ਪ੍ਰਭੂ, ਤੇਰੇ ਲੋਕ